ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪਿਆਰੇ ਵਿਦਿਆਰਥੀਓ, ਮੈਂ ਕੰਚਨ ਸ਼ਰਮਾ BM ਸਾਇੰਸ ਜ਼ਿਲ੍ਹਾ ਜਲੰਧਰ ਤੋਂ ਅੱਜ ਤੁਹਾਡੇ ਨਾਲ ਡਿਸਕਸ ਕਰਾਂਗੀ ਸਾਇੰਸ ਵਿਸ਼ੇ ਦਾ 6th ਕਲਾਸ ਦਾ ਚੈਪਟਰ ਨੰਬਰ 10 ਗਤੀ ਅਤੇ ਦੂਰੀਆਂ ਦਾ ਮਾਪਨ, ਮੋਸ਼ਨ ਐਂਡ ਮੈਜ਼ਰਮੈਂਟ ਆਫ ਡਿਸਟੈਂਸਸ। ਆਲਰੇਡੀ ਇਸ ਚੈਪਟਰ ਦਾ ਤੁਸੀਂ ਫਰਸਟ ਪਾਰਟ ਦੇਖ ਚੁੱਕੇ ਹੋ। ਉਸ ਪਾਰਟ ਦੇ ਵਿੱਚ ਜੋ ਅਸੀਂ ਡਿਸਕਸ ਕੀਤਾ, ਲੈਟਸ ਰੀਕੈਪੀਚੁਲੇਟ ਇਟ। ਫਸਟ ਆਫ ਆਲ ਅਸੀਂ ਡਿਸਕਸ ਕੀਤਾ ਸੀ ਗਤੀ ਕੀ ਹੈ। ਸੋ ਗਤੀ ਤੋਂ ਭਾਵ ਹੈ ਜਦੋਂ ਕੋਈ ਵਸਤੂ ਸਮੇਂ ਦੇ ਨਾਲ ਆਪਣੀ ਸਥਿਤੀ ਬਦਲਦੀ ਹੈ। ਦੈਨ ਵੀ ਡਿਸਕਸਡ ਕਿ ਦੂਰੀ ਤੋਂ ਕੀ ਭਾਵ ਹੈ। ਦੂਰੀ ਜਾਂ ਕਿ ਡਿਸਟੈਂਸ, ਜਦੋਂ ਦੋ ਪੁਆਇੰਟਸ ਦੇ ਵਿਚਕਾਰ ਅਸੀਂ ਦੂਰੀ ਦੇਖਦੇ ਹਾਂ ਤਾਂ ਉਹ ਇੱਕ ਤਰ੍ਹਾਂ ਦੀ ਲੰਬਾਈ ਹੈ, ਸੋ ਇੱਕ ਲੈਂਥ ਹੈ। ਦੈਨ ਵੀ ਡਿਸਕਸਡ ਕਿ ਦੂਰੀ ਨੂੰ ਅਸੀਂ ਕਿਸ ਤਰ੍ਹਾਂ ਨਾਲ ਮਾਪ ਸਕਦੇ ਹਾਂ ਜਾਂ ਲੰਬਾਈ ਨੂੰ ਅਸੀਂ ਕਿਸ ਤਰ੍ਹਾਂ ਨਾਲ ਮਾਪ ਸਕਦੇ ਹਾਂ। ਸੋ ਪੁਰਾਣੇ ਜ਼ਮਾਨੇ ਦੇ ਵਿੱਚ ਲੋਕਾਂ ਦੁਆਰਾ ਆਪਣੇ ਬਾਡੀ ਪਾਰਟਸ ਨੂੰ ਯੂਜ਼ ਕਰਨ ਬਾਰੇ ਵੀ ਅਸੀਂ ਡਿਸਕਸ ਕੀਤਾ ਕਿ ਕਿਸ ਤਰ੍ਹਾਂ ਨਾਲ ਉਹ ਹੈਂਡ ਸਪੈਨ ਯਾਨੀ ਗਿੱਠ ਜਾਂ ਕਿ ਪੈਰ ਦੀ ਲੰਬਾਈ ਦੀ ਯੂਜ਼ੇਜ ਕਰਦੇ ਸੀ ਲੰਬਾਈ ਨੂੰ ਨਾਪਣ ਲਈ। ਸੋ ਦੈਨ ਵੀ ਆਲਸੋ ਡਿਸਕਸ ਕਿ ਗੱਜ, ਜਿਸ ਨੂੰ ਅਸੀਂ ਆਪਣੀ ਐਲਬੋ ਤੋਂ ਲੈ ਕੇ ਆਪਣੀ ਚਿੰਨ ਤੋਂ ਲੈ ਕੇ, ਅਗਰ ਅਸੀਂ ਇਸ ਤਰ੍ਹਾਂ ਖੋਲਦੇ ਹਾਂ ਬਾਜੂ ਨੂੰ, ਤਾਂ ਆਪਣੀ ਚਿੰਨ ਤੋਂ ਲੈ ਕੇ ਫੈਲੀ ਹੋਈ ਬਾਂਹ ਦੀ ਜੋ ਟਿਪ ਹੈ ਹੱਥ ਦੀ, ਉੱਥੋਂ ਤੱਕ ਦੀ ਲੰਬਾਈ ਨੂੰ ਅਸੀਂ ਗੱਜ ਕਹਿੰਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਅਸੀਂ ਡਿਸਕਸ ਕੀਤਾ ਸੀ ਕਿ ਸਟੈਂਡਰਡ ਯੂਨਿਟਸ ਆਫ ਮੈਜ਼ਰਮੈਂਟਸ ਉਹ ਹੋਣੇ ਚਾਹੀਦੇ ਤਾਂ ਕਿ ਸਾਰੇ ਕਿਤੇ ਯੂਨੀਫਾਰਮਿਟੀ ਹੋਏ ਕਿ ਮੈਜ਼ਰਮੈਂਟ ਦੇ ਵਿੱਚ ਅਗਰ ਇੱਕ ਜਗ੍ਹਾ ਤੇ ਕੋਈ ਵਿਅਕਤੀ ਕੋਈ ਚੀਜ਼ ਦਾ ਮਾਪ ਲੈ ਰਿਹਾ ਹੈ ਤੇ ਦੂਸਰੀ ਜਗ੍ਹਾ ਵੀ ਉਹ ਮਾਪ ਸੇਮ ਹੋਏ। ਸੋ ਸਟੈਂਡਰਡ ਯੂਨਿਟਸ 'ਚ ਅਸੀਂ ਡਿਸਕਸ ਕੀਤਾ ਸੀ ਕਿ ਮੀਟਰ ਇਜ਼ ਦ SI ਯੂਨਿਟ ਆਫ ਲੈਂਥ। ਮੀਟਰ ਜੋ ਹੈ, 1 ਮੀਟਰ ਦੇ ਵਿੱਚ 100 ਸੈਂਟੀਮੀਟਰਸ ਹੁੰਦੇ ਹਨ। ਸੋ 1 ਮੀਟਰ ਇਜ਼ ਇਕੁਅਲਸ ਟੂ 100 centimeters and 1 centimeter is equals to 1 millimeter. Then we also discussed ਕਿ ਜੇ ਅਸੀਂ ਜ਼ਿਆਦਾ ਲੰਬਾਈ ਨੂੰ ਮਾਪਣਾ ਚਾਹੁੰਦੇ ਹਾਂ ਤਾਂ ਉਸ ਦੇ ਲਈ ਅਸੀਂ ਕੀ ਯੂਜ਼ ਕਰਾਂਗੇ? ਅਸੀਂ ਕਿਲੋਮੀਟਰ ਯੂਜ਼ ਕਰਾਂਗੇ। ਸੋ 1 ਕਿਲੋਮੀਟਰ is equals to 1000 meters. ਹੁਣ ਤੁਸੀਂ ਆਪਣੀ ਪੈਨਸਿਲ ਬਾਕਸ ਦੇ ਵਿੱਚ ਸਕੇਲ ਦੇਖਦੇ ਹੋ, ਉਸ ਸਕੇਲ ਦੇ ਨਾਲ ਤੁਸੀਂ ਲੰਬਾਈ ਮੈਜ਼ਰ ਕਰਦੇ ਹੋ, ਪਰ ਕੀ ਉਸ ਸਕੇਲ ਦੇ ਨਾਲ ਤੁਸੀਂ ਹਰ ਤਰ੍ਹਾਂ ਦੀ ਲੰਬਾਈ ਮੈਜ਼ਰ ਕਰ ਸਕਦੇ ਹੋ? ਸੋ ਦ ਆਨਸਰ ਇਜ਼ ਨੋ। ਅਸੀਂ ਮੈਜ਼ਰਿੰਗ ਇਨਸਟਰੂਮੈਂਟ ਜਦੋਂ ਚੂਜ਼ ਕਰਦੇ ਹਾਂ ਤਾਂ ਨੈਕਸਟ ਟੌਪਿਕ ਅੱਜ ਦਾ ਜੋ ਹੈ ਉਹ ਇਹੀ ਹੈ ਕਿ ਮੈਜ਼ਰਿੰਗ ਇਨਸਟਰੂਮੈਂਟ ਜਦੋਂ ਅਸੀਂ ਸਿਲੈਕਟ ਕਰਦੇ ਹਾਂ, ਚੂਜ਼ ਕਰਦੇ ਹਾਂ, ਤੇ ਉਹ ਕਿਸ ਤਰ੍ਹਾਂ ਅਸੀਂ ਚੂਜ਼ ਕਰਦੇ ਹਾਂ। ਸੋ ਫਸਟ ਆਫ ਆਲ ਲੈਟਸ ਸਪੋਜ਼ ਕਿ ਤੁਸੀਂ ਕਿਸੇ ਪੇੜ ਦੀ ਮੋਟਾਈ ਦੇਖਣੀ ਹੈ ਕਿ ਕਿੰਨੀ ਹੈ। ਸੋ ਉਸ ਪੇੜ ਦੀ ਮੋਟਾਈ ਦੇਖਣ ਦੇ ਲਈ ਕੀ ਤੁਸੀਂ ਇਸ ਤਰ੍ਹਾਂ ਦਾ ਸਿੱਧਾ ਸਕੇਲ ਜਾਂ ਕਿ ਮੀਟਰ ਰੋਡ ਯੂਜ਼ ਕਰ ਸਕਦੇ ਹੋ? ਸੋ ਦ ਆਨਸਰ ਇਜ਼ ਨੋ। ਉਹਦੇ ਲਈ ਤੁਸੀਂ ਮੈਜ਼ਰਿੰਗ ਟੇਪ ਜਾਂ ਕਿ ਫੀਤਾ ਯੂਜ਼ ਕਰੋਗੇ। ਸੋ ਅਗਰ ਤੁਸੀਂ ਆਪਣੀ ਵੇਸਟ ਜਾਂ ਕਿ ਕਮਰ ਦੀ ਥਿਕਨੈਸ ਦੇਖਣੀ ਹੈ, ਤੁਹਾਡੀ ਕਮਰ ਕਿੰਨੀ ਹੈ, ਉਹਦਾ ਨਾਪ ਲੈਣਾ ਹੈ, ਤਾਂ ਦੈਨ ਆਲਸੋ ਤੁਸੀਂ ਕੀ ਯੂਜ਼ ਕਰੋਗੇ? ਮੈਜ਼ਰਿੰਗ ਟੇਪ ਯੂਜ਼ ਕਰੋਗੇ। ਇਸੇ ਲਈ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਦਰਜੀ ਨਾਪ ਲੈਂਦਾ ਹੈ ਤਾਂ ਉਹ ਮੈਜ਼ਰਿੰਗ ਟੇਪ ਨੂੰ ਯੂਜ਼ ਕਰਦਾ ਹੈ। ਦੂਸਰੀ ਤਰਫ ਜਦੋਂ ਤੁਸੀਂ ਕੱਪੜਾ ਖਰੀਦਣ ਜਾਂਦੇ ਹੋ ਤੇ ਕੱਪੜੇ ਵਾਲਾ ਜੋ ਹੈ ਸ਼ੌਪਕੀਪਰ, ਉਹ ਯੂਜੂਅਲੀ ਮੀਟਰ ਰੋਡ ਯੂਜ਼ ਕਰਦਾ ਹੈ, ਕਿਉਂਕਿ ਮੀਟਰ ਰੋਡ ਦੇ ਨਾਲ ਕੱਪੜਾ ਨਾਪਣਾ ਈਜ਼ੀ ਹੈ। ਹੁਣ ਜੇਕਰ ਮੈਂ ਇਸ ਸਕੈਚ ਕਲਰ ਦੀ ਲੈਂਥ ਜੋ ਹੈ ਮਾਪਣੀ ਹੈ ਤੇ ਉਸ ਲਈ ਤੁਹਾਡੀ ਪੈਨਸਿਲ ਬਾਕਸ ਦੇ ਵਿਚਲਾ ਇਹ ਸਕੇਲ ਬਿਲਕੁਲ ਐਪਰੋਪ੍ਰੀਏਟ ਹੈ, ਕਿਉਂਕਿ ਇਹ ਇੱਕ ਛੋਟੀ ਲੰਬਾਈ ਹੈ, ਤਾਂ ਮੈਂ ਇਸ ਦੇ ਨਾਲ ਇਸ ਨੂੰ ਈਜ਼ੀਲੀ ਮੈਜ਼ਰ ਕਰ ਸਕਦੀ ਹਾਂ। ਸੋ ਅਸੀਂ ਕਿਸ ਤਰ੍ਹਾਂ ਨਾਲ ਕਿਸ ਆਬਜੈਕਟ ਨੂੰ ਮਾਪਣਾ ਹੈ, ਅਸੀਂ ਮੈਜ਼ਰਿੰਗ ਇਨਸਟਰੂਮੈਂਟ ਕਿਸ ਤਰ੍ਹਾਂ ਚੂਜ਼ ਕਰਨੀ ਹੈ, ਆਈ ਹੋਪ ਇਟਸ ਕਲੀਅਰ ਟੂ ਯੂ।
then comes certain precautions, ਕੁਝ ਸਾਵਧਾਨੀਆਂ ਜੋ ਕਿ ਸਾਨੂੰ ਲੈਣੀਆਂ ਚਾਹੀਦੀਆਂ ਹਨ ਜਦੋਂ ਅਸੀਂ ਮੈਜ਼ਰਮੈਂਟ ਕਰਦੇ ਹਾਂ। ਸੋ ਫਸਟ ਆਫ ਆਲ ਜਿਹੜੀ ਪਹਿਲੀ ਸਾਵਧਾਨੀ ਅਸੀਂ ਲੈਂਦੇ ਹਾਂ ਉਹ ਹੈ ਕਿ ਮੇਰੇ ਕੋਲ ਇੱਕ ਨੋਟਬੁੱਕ ਹੈ, ਇਸ ਨੋਟਬੁੱਕ ਦੀ ਮੈਂ ਮੈਜ਼ਰਮੈਂਟ ਕਰਨੀ ਹੈ। ਸੋ ਹੁਣ ਮੈਂ ਇਸ ਸਕੇਲ ਨੂੰ ਇਸ ਨੋਟਬੁੱਕ ਦੇ ਨਾਲ ਕਿਸ ਤਰ੍ਹਾਂ ਜੋ ਹੈ ਉਹ ਪਲੇਸ ਕਰਨਾ ਹੈ। ਹੁਣ ਇਸ ਨੋਟਬੁੱਕ ਦੀ ਲੈਂਥ ਮੈਜ਼ਰ ਕਰਨ ਲਈ ਕੀ ਮੈਂ ਸਕੇਲ ਨੂੰ ਕਿਸੇ ਵੀ ਤਰੀਕੇ ਇਸ ਤਰ੍ਹਾਂ ਦੇ ਨਾਲ ਜਾਂ ਕਿ ਇਸ ਤਰ੍ਹਾਂ ਦੇ ਨਾਲ ਰੱਖਦਾ? ਸੋ ਇਟਸ ਨਾਟ ਲਾਈਕ ਦੈਟ। ਮੈਨੂੰ ਇਹਦੀ ਅਲਾਈਨਮੈਂਟ ਇਸ ਤਰ੍ਹਾਂ ਰੱਖਣੀ ਚਾਹੀਦੀ ਹੈ। ਸੋ ਮੈਨੂੰ ਇਸ ਤਰੀਕੇ ਦੇ ਨਾਲ ਸਕੇਲ ਜੋ ਹੈ ਉਹ ਰੱਖਣਾ ਚਾਹੀਦਾ ਹੈ। ਸੋ ਅਗਰ ਮੈਂ ਇਸ ਸਕੇਲ ਨੂੰ ਟਿਲਟਿਡ ਜਾਂ ਕਿ ਟੇਢਾ ਰੱਖਦੀ ਹਾਂ तो नेचुरली मेरी मेजरमेंट गलत होएगी। सो फर्स्ट चीज की है, पहली प्रिकॉशन की है कि अलाइनमेंट जो है वो सही होनी चाहिए है। जिस ऑब्जेक्ट ਨੂੰ ਤੁਸੀਂ ਮੈਜ਼ਰ ਕਰਨਾ ਹੈ ਉਹਦੇ ਨਾਲ ਸਕੇਲ ਨੂੰ ਅਲਾਈਨ ਕਰਕੇ ਸਹੀ ਕਰਕੇ ਤੁਸੀਂ ਰੱਖੋਗੇ। ਸੈਕੰਡ ਥਿੰਗ ਇਜ਼ ਜਦੋਂ ਤੁਸੀਂ ਰੀਡਿੰਗ ਲੈਂਦੇ ਹੋ ਤੇ ਕਈ ਵਾਰ ਤੁਸੀਂ ਦੇਖਦੇ ਹੋ ਕਿ ਤੁਹਾਡਾ ਸਕੇਲ ਪੁਰਾਣਾ ਹੋ ਜਾਂਦਾ, ਉਹਦੀਆਂ ਐਜਿਸ ਡੈਮੇਜ ਹੋ ਜਾਂਦੀਆਂ, ਉਹਦੇ ਕਿਨਾਰੇ ਕੁਝ ਉਹਦੇ ਤੋਂ ਰੀਡਿੰਗਸ ਕੁਝ ਮਿਟ ਜਾਂਦੀਆਂ ਹਨ। ਜਾਂ ਕਈ ਵਾਰ ਇਹ ਵੀ ਹੋ ਸਕਦਾ ਕਿ ਸ਼ੁਰੂ ਤੋਂ ਸਕੇਲ ਕੁਝ ਬ੍ਰੋਕਨ ਹੋਏ ਉਹਦੀ ਐਜ, ਤਾਂ ਉਸ ਵਕਤ ਕੀ ਹੋਏਗਾ ਕਿ ਤੁਹਾਡੀ ਜ਼ੀਰੋ ਜੋ ਹੈ ਇੱਥੇ ਜ਼ੀਰੋ ਕਲੀਅਰ ਨਹੀਂ ਹੋਏਗੀ। ਦੈਨ ਵਾਟ ਵੁੱਡ ਯੂ ਡੂ? ਤੁਸੀਂ ਪਹਿਲੀਆਂ ਉਹਨੀਆਂ ਡਿਵੀਜ਼ਨਸ ਜੋ ਡੈਮੇਜ ਹੈ ਉਹਨਾਂ ਨੂੰ ਛੋੜ ਸਕਦੇ ਹੋ, ਉਸ ਤੋਂ ਬਾਅਦ ਤੁਸੀਂ ਸ਼ੁਰੂ ਕਰ ਸਕਦੇ ਹੋ। ਅਗੇਨ ਲੈਟ ਸਪੋਜ਼ ਦ ਸੇਮ ਨੋਟਬੁੱਕ, मैं इसकी लेंथ जो है मेजर करनी है और मेरा स्केल जो है फर्स्ट जी यदि डिवीजन है 1 सेंटीमीटर के करीब, उस तो हाफ पोर्शन कुछ डैमेज है, तो मैं इसनू 1 तो स्टार्ट कर लैनी हाँ। हुण मैं इसनू 1 ते रखिया, ठीक है। सो इस तरह नाल असी इसनू प्लेस कर लांगे। जे मेरे कोल वड्डा स्केल होएगा मैं वड्डे स्केल नू इस तरह रखांगे कि 1 ते ए इस दे आ जाए। सो ਉਹਦੇ ਬਾਅਦ ਕੀ ਕਰਾਂਗੇ, ਜਿਸ ਲੈਂਥ ਤੱਕ ਇਹ ਜਾਏਗਾ, ਜਿੱਥੋਂ ਤੱਕ ਇਹਦੀ ਰੀਡਿੰਗ ਆਂਦੀ ਹੈ, ਸਪੋਜ਼ ਕਿ ਅਗਰ ਰੀਡਿੰਗ ਤੁਹਾਡੇ ਕੋਲ 16 ਸੈਂਟੀਮੀਟਰਸ ਆ ਗਈ, 16 ਸੈਂਟੀਮੀਟਰਸ ਜੇ ਇੱਥੇ ਤੁਹਾਡੇ ਕੋਲ ਰੀਡਿੰਗ ਆ ਗਈ, ਬਟ ਤੁਸੀਂ ਸ਼ੁਰੂ ਇੱਥੇ ਕਿੱਥੇ ਕੀਤਾ? 1 ਸੈਂਟੀਮੀਟਰ ਤੋਂ। that means you have to deduct this 1 centimeter क्योंकि ਅਸੀਂ 1 ਤੋਂ ਸਟਾਰਟ ਕੀਤਾ ਸੀ, ਅਸੀਂ 0 ਤੋਂ ਸਟਾਰਟ ਨਹੀਂ ਕੀਤਾ। तो ਤੁਸੀਂ ਫਾਈਨਲ ਜੋ ਤੁਸੀਂ ਰੀਡਿੰਗ ਦੇਖ ਰਹੇ ਹੋ 16, ਉਸ ਦੇ ਵਿੱਚੋਂ -1 ਕਰ ਦੋਗੇ, ਤੁਹਾਡਾ ਆਨਸਰ ਕੀ ਹੋਏਗਾ? 15 ਸੈਂਟੀਮੀਟਰ। ਸੋ ਆਈ ਹੋਪ ਇਟ ਇਜ਼ ਕਲੀਅਰ ਕਿ ਜਦੋਂ ਐਜਿਸ ਜੋ ਹੈ ਆਪਣੀਆਂ ਬ੍ਰੋਕਨ ਐਜਿਸ ਹੈਗੀਆਂ ਤੇ ਉਦੋਂ ਅਸੀਂ ਸਕੇਲ ਜੋ ਹੈ ਉਹ 0 ਦੀ ਬਜਾਏ ਅਸੀਂ ਨੈਕਸਟ ਡਿਵੀਜ਼ਨ ਤੋਂ ਜਿਹੜਾ ਹੈਗਾ ਉਹ ਰੱਖ ਕੇ ਅਸੀਂ ਰੀਡਿੰਗ ਲੈ ਲਵਾਂਗੇ। ਦੈਨ the third thing is parallax error। ਜਦੋਂ ਅਸੀਂ ਸਕੇਲ ਦੀ ਰੀਡਿੰਗ ਲੈਨੇ ਆ, ਸਕੇਲ ਦੀ ਮੈਂ ਰੀਡਿੰਗ ਲੈਣੀ ਹੈ ਇਸ ਤਰ੍ਹਾਂ ਤਰੀਕੇ ਦੇ ਨਾਲ, तो मैं इसकी रीडिंग इस तरह ऊपर तो लवांगी। सो ऊपर तो रीडिंग लैन का की मतलब है कि एक परपेंडिकुलर एक्सिस जिदा बन जाएगी। अगर अगर मैं इस रीडिंग नु इस तरह ले रही हूं तो मेरी रीडिंग ठीक होएगी, और अगर मैं साइडवेज लेट इट बी फ्रॉम दिस एंगल और फ्रॉम दिस एंगल, अगर मैं एंगल तो रीडिंग लेंगी तो वो रीडिंग मेरी की हो जाएगी, उस एरर आएगा, उस गलती आएगी। क्लियर? सो दिस इज थर्ड वन। सो इस तरह तुसी इन्हां तीनों चीज़ों का ध्यान रखोगे कि फर्स्ट ऑफ ऑल जो तुसी स्केल प्लेस करो तो इसनू लंबाई के अनुसार जो है ऑब्जेक्ट के नाल जिहड़ा हैगा तुसी रखना हैगा। दैन अगर इसदियां एजिस ब्रोकन हैगियां या फिर फर्स्ट जो रीडिंग्स है कई बार रब हो जांदियां, इरेज हो जांदियां, तो तुसी 0 की बजाय तुसी 1 तो स्टार्ट कर लोगे और फाइनल रीडिंग दे विच उसनू माइनस कर दोगे। दैन थर्ड वन कि तुसी पैरेलैक्स एरर का ध्यान रखोगे कि तुसी जो रीडिंग लै रहे हो उसके आईज का लैवल बिल्कुल उसके सामने रखोगे, तो साइड्स तो या एंगल्स तो तुसी उसनू जो रीडिंग नू नहीं पढ़ोगे। सो इस तरीके दे नाल तुसी कुछ कॉमन एरर्स तो जो है अपनी रीडिंग नू जो बेटर कर सकते हो कि वो एरर्स तुहाडियां रीडिंग्स दे विच नहीं आएंगे। हुण आई वुड आस्क यू टू डू वन एक्टिविटी।
ਇਸ ਐਕਟੀਵਿਟੀ ਦੇ ਵਿੱਚ ਤੁਸੀਂ ਕੀ ਕਰੋਗੇ ਕਿ ਇੱਕ ਵਿਦਿਆਰਥੀ ਨੂੰ ਤੁਸੀਂ ਦੀਵਾਰ ਦੇ ਨਾਲ ਖੜੇ ਹੋਣ ਲਈ ਕਹੋਗੇ। ਫਿਰ ਤੁਸੀਂ ਉਸ ਦੇ ਸਿਰ ਦੇ ਮਾਪ ਤੇ ਉਸ ਦੀ ਹਾਈਟ ਦੇਖਣ ਲਈ, ਉਸ ਦੀ ਲੰਬਾਈ ਦੇਖਣ ਦੇ ਲਈ ਤੁਸੀਂ ਉਸ ਦੇ ਸਿਰ ਤੋਂ ਇੱਕ ਨਿਸ਼ਾਨ ਦੀਵਾਰ ਦੇ ਨਾਲ ਲਗਾ ਲੋਗੇ। ਇਸ ਤੋਂ ਬਾਅਦ ਉਹ ਵਿਦਿਆਰਥੀ ਸਾਈਡ ਹੋ ਜਾਏਗਾ। ਜਿਹੜਾ ਤੁਸੀਂ ਨਿਸ਼ਾਨ ਲਗਾਇਆ ਹੈ ਫਰਸ਼ ਤੋਂ ਲੈ ਕੇ ਇਸ ਨਿਸ਼ਾਨ ਤੱਕ ਦੀ ਜੋ ਦੂਰੀ ਹੈ ਉਹ ਉਸ ਵਿਦਿਆਰਥੀ ਦੀ ਕੀ ਹੋ ਜਾਏਗੀ, ਲੰਬਾਈ ਹੋ ਜਾਏਗੀ। ਸੋ ਫਸਟ ਆਫ ਆਲ ਤੁਸੀਂ ਆਪਣੇ ਹੈਂਡ ਸਪੈਨ ਦੇ ਨਾਲ, ਆਪਣੇ ਗਿੱਠ ਦੇ ਨਾਲ ਤੁਸੀਂ ਉਹਨੂੰ ਮੈਜ਼ਰ ਕਰ ਲੋਗੇ। ਆਫਟਰ ਦੈਟ ਤੁਸੀਂ ਉਸਨੂੰ ਸਕੇਲ ਦੇ ਨਾਲ ਜਾਂ ਕਿ ਮੈਜ਼ਰਿੰਗ ਟੇਪ ਦੇ ਨਾਲ ਮੈਜ਼ਰ ਕਰ ਲੋਗੇ। ਹੁਣ ਇਹ ਐਕਟੀਵਿਟੀ ਤੁਸੀਂ ਅਗੇਨ ਗਰੁੱਪ 'ਚ ਕਰੋਗੇ ਆਪਣੇ ਫਰੈਂਡਸ ਨੂੰ ਨਾਲ ਲੈ ਕੇ। ਦੈਨ ਤੁਸੀਂ ਟੈਬੂਲਰ ਫਾਰਮ ਦੇ ਵਿੱਚ ਰਿਕਾਰਡ ਕਰੋਗੇ ਔਰ ਕੰਪੇਅਰ ਕਰੋਗੇ ਕਿ ਕੀ ਸਾਰੇ ਵਿਦਿਆਰਥੀਆਂ ਦੀ ਜੋ ਰੀਡਿੰਗਸ ਸੀਗੀਆਂ ਉਹ ਸੇਮ ਹੈਗੀਆਂ। ਸੋ ਯੂ ਵੁੱਡ ਨੋਟ ਕਿ ਜਦੋਂ ਗਿੱਠ ਦੇ ਨਾਲ ਮੈਜ਼ਰਮੈਂਟ ਕੀਤੀ ਜਾਂਦੀ ਹੈ ਤੇ ਕਾਫੀ ਸਾਰੀ ਵੇਰੀਏਸ਼ਨ ਤੁਸੀਂ ਦੇਖੋਗੇ। ਹੋ ਸਕਦਾ ਹੈ ਕਿਸੇ ਵਿਦਿਆਰਥੀ ਦੀ ਮੈਜ਼ਰਮੈਂਟ 9 हैंड स्पैनस आ जाए, किसी दी 10 आ जाए, किसी दी 9.5 आ जाए, तो इस तरह उसदे विच काफ़ी वेरीएशन होएगी। लेकिन जो तुसी सेंटीमीटर्स दे विच मैजरिंग टेप दी हेल्प दे नाल मैजरमेंट कीती होएगी उस दे विच तुसी देखोगे कि थोड़ी बहुत वेरीएशन होएगी, ज़्यादा नहीं। इस तरह क्यों? क्योंकि वो कुछ कॉमन एरर्स की वजह के कारण वेरीएशन होएगी। सो स्टूडेंट्स लेट्स परफॉर्म एन एक्टिविटी। इस एक्टिविटी दे विच असीं किसी वक्र रेखा की लंबाई नूं मापांगे। सो द एक्टिविटी इज़ टू मैजर द लेंथ ऑफ अ कर्वड लाइन। सो इस दे लई असीं कर्वड रेखा या कि एक वक्र रेखा लई है, जो कि रेड कलर की एक वायर तुसीं देख रहे हो। तो इस वक्र रेखा की लंबाई सीधे ही मीटर पैमाने दे नाल नहीं मापी जा सकती। वक्र रेखा की लंबाई मापन दे लई असी एक धागे या कि थ्रैड का उपयोग करांगे। सो वक्र रेखा ए बी असी मार्क कर लैंदे आ। सो वक्र रेखा के 2 पॉइंट्स ए और बी असी मार्क कर लांगे और धागे नूं असी नॉट लगा लई है एक शुरू दे विच धागे दे। सो स्टार्टिंग पॉइंट नूं असी ए लिख लिया है, एंडिंग पॉइंट जिहड़ा है वायर दा असी उत्थे बी लिख लिया है। थ्रैड नूं नॉट लगा लई है। इस गंढ वाले हिस्से नूं असी नॉट जिथे लगाई है इसनूं बिंदु ए उत्ते रख लो और हुण धागे नूं अपनी उंगली और अंगूठे द्वारा तनिया होया रख के इससे छोटे छोटे भाग नूं रेखा के मुताबिक रखो। इस बिंदु उत्ते अपने एक हाथ नाल धागे नूं पकड़ के ते दूसरे हाथ नाल धागे दे थोड़े भाग नूं वक्र रेखा ते दिखाए अनुसार तुसी फैलांदे जाओगे। सो इस प्रोसेस नूं बार बार रिपीट करते हुए असी वक्र रेखा दे बिंदु बी तक पहुँचांगे और धागे का जो भाग बिंदु बी दे उपर है जदों असी बी दे उपर पहुँच जावांगे, बी पॉइंट दे उपर पहुँचन ते असी उस पॉइंट दे उपर मार्क लगा दांगे। सो पॉइंट बी दे उपर तुसी एक मार्क लगा दोगे। हुण इस थ्रैड नूं गंढ तो लैके जो तुसी मार्क लगाया है उस इस थ्रैड नूं तुसी मीटर स्केल दे उपर फैलाओगे। धागे दे आरंभ विच बनी जिहड़ी गंढ सी, जिहड़ी तुसी नॉट बन्नी सी अते इस दे उत्ते बने अंतिम चिन्ह दे विच दी लंबाई तुसी मैजर कर लोगे। सो ये लेंथ साढ़े कोल 25 सेंटीमीटर आ गई है। सो ये माप वक्र रेखा ए बी दी लंबाई है जो कि 25 सेंटीमीटर। सो द नेक्स्ट टॉपिक दैट वी आर गोइंग टू डिस्कस इज कि साढ़े आसपास जो वस्तुआं गति विच हन, सो मूविंग थिंग्स अराउंड अस। तो इस दे लई बड़ी ही इंटरेस्टिंग एक्टिविटी है। तुहाडे आसपास बहुत सारियां चीज़ां तुसी देखदे हो। सो तुसी की करोगे,
ਉਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਪੈਨ ਡਾਊਨ ਕਰ ਲੋਗੇ, ਇੱਕ ਲੰਬੀ ਲਿਸਟ ਤੁਸੀਂ ਤਿਆਰ ਕਰ ਲੋਗੇ ਕਿ ਤੁਸੀਂ ਆਪਣੇ ਆਸ-ਪਾਸ ਕੀ ਚੀਜ਼ ਦੇਖਦੇ ਹੋ। ਆਪਣੇ ਨੀਅਰੈਸਟ ਤੋਂ ਸ਼ੁਰੂ ਕਰਕੇ ਬੁੱਕ, ਕਾਪੀ, ਪੈਨ, ਟੇਬਲ, ਚੇਅਰ, ਤੁਹਾਡਾ ਬ੍ਰਦਰ, ਸਿਸਟਰ, ਫਰੈਂਡਸ, ਦੈਨ ਆਸ-ਪਾਸ ਜੋ ਤੁਹਾਨੂੰ ਜੰਤੂ ਨਜ਼ਰ ਆਉਂਦੇ ਨੇ, ਪੰਛੀ ਨਜ਼ਰ ਆਉਂਦੇ ਨੇ, ਘੜੀ ਨਜ਼ਰ ਆ ਰਹੀ ਹੈ, ਕੋਈ ਸਵਿੰਗ ਮਸ਼ੀਨ ਪਈ ਹੈ, ਦੈਨ ਅਦਰ ਕੋਈ ਆਬਜੈਕਟਸ ਹੈਗੇ, ਯਾਤਾਯਾਤ ਦੇ ਕੋਈ ਤੁਹਾਨੂੰ ਵਾਹਨ ਨਜ਼ਰ ਆ ਰਿਹਾ ਹੈਗਾ। ਤਾਂ all the things you would write in that list। ਹੁਣ ਤੁਸੀਂ ਕੀ ਕਰੋਗੇ ਕਿ ਉਸ ਲਿਸਟ ਦੇ ਵਿੱਚੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਦੋ ਚੀਜ਼ਾਂ 'ਚ ਬਾਈਫਰਕੇਟ ਕਰੋਗੇ, ਦੋ ਕੈਟੇਗਰੀਜ਼ ਦੇ ਵਿੱਚ ਬਾਈਫਰਕੇਟ ਕਰੋਗੇ। ਇੱਕ ਪਹਿਲੀ ਕੈਟੇਗਰੀ ਕਿਹੜੀ, ਜੋ ਚੀਜ਼ਾਂ ਵਿਰਾਮ ਵਿੱਚ ਹਨ। ਦੂਸਰੀ ਕੈਟੇਗਰੀ ਕਿਹੜੀ, ਜੋ ਚੀਜ਼ਾਂ ਗਤੀ ਵਿੱਚ ਹਨ ਜਾਂ ਕਿ ਮੋਸ਼ਨ ਵਿੱਚ ਹਨ। ਸੋ ਸਟੂਡੈਂਟਸ, ਇਸ ਐਕਟੀਵਿਟੀ ਨੂੰ ਕਰਦੇ ਹੋਏ ਤੁਸੀਂ ਇਹ ਕਿਸ ਤਰ੍ਹਾਂ ਯਕੀਨੀ ਬਣਾਇਆ ਕਿ ਕੋਈ ਵਸਤੂ ਗਤੀ ਵਿੱਚ ਹੈ ਜਾਂ ਵਿਰਾਮ ਅਵਸਥਾ ਵਿੱਚ। ਇਸ ਦੇ ਲਈ ਤੁਸੀਂ ਦੇਖਿਆ ਕਿ ਕੋਈ ਬਰਡ ਜੋ ਇੱਕ ਟਹਿਣੀ ਤੇ ਪਹਿਲਾਂ ਬੈਠਾ ਤੁਹਾਨੂੰ ਨਜ਼ਰ ਆ ਰਿਹਾ, ਥੋੜੀ ਦੇਰ ਬਾਅਦ ਉਹ ਉੱਥੇ ਨਹੀਂ ਬੈਠਿਆ, ਉਹ ਕਿਤੇ ਹੋਰ ਬੈਠਾ ਹੋਇਆ ਤੁਹਾਨੂੰ ਦਿਖਾਈ ਦੇ ਸਕਦਾ ਹੈ। ਲੇਕਿਨ ਟੇਬਲ ਜਾਂ ਕਿ ਮੇਜ਼ ਜੋ ਇੱਕ ਜਗ੍ਹਾ ਤੇ ਪਿਆ ਹੈ, ਉਹ ਉੱਥੇ ਉਸ ਤਰ੍ਹਾਂ ਹੀ ਪਿਆ ਰਹਿੰਦਾ ਹੈ। ਸੋ ਇਸ ਤਰੀਕੇ ਦੇ ਨਾਲ ਤੁਸੀਂ ਇਹ ਤੈਅ ਕੀਤਾ ਹੋਏਗਾ ਕਿ ਕਿਹੜੀ ਵਸਤੂ ਗਤੀ ਦੇ ਵਿੱਚ ਹੈ ਔਰ ਕਿਹੜੀ ਵਸਤੂ ਨਹੀਂ। ਪਰ ਘੜੀ ਪੂਰੀ ਦੀ ਪੂਰੀ ਗਤੀ ਨਹੀਂ ਕਰ ਰਹੀ, ਇਸ ਦੀਆਂ ਕੇਵਲ ਸੂਈਆਂ ਹੀ ਗਤੀ ਕਰ ਰਹੀਆਂ ਹਨ। ਸੋ ਇਸ ਨੂੰ ਤੁਸੀਂ ਕਿਸ ਕੈਟੇਗਰੀ 'ਚ ਰੱਖਿਆ ਸੀ? Butterflies help pollinate flowers ਇੱਕ ਹੋਰ the ਚੀਜ਼ same way ਤੁਸੀਂ that ਨੋਟਿਸ bees ਕੀਤੀ do, ਹੋਏਗੀ by going from flower to ਕਿ flower, ਵੱਖ-ਵੱਖ carrying ਗਤੀ pollen, ਕਰ and ਰਹੀਆਂ helping to ਚੀਜ਼ਾਂ ensure that we have ਇੱਕ ਹੀ food. ਤਰ੍ਹਾਂ ਦੀ ਗਤੀ ਨਹੀਂ ਕਰਦੀਆਂ। Unfortunately, just like the bees, the butterflies are dying off. ਤਿਤਲੀਆਂ ਦਾ ਉੜਨਾ, ਪੰਛੀਆਂ ਦਾ ਉੜਨਾ, ਸੜਕ ਤੇ ਕਾਰਾਂ ਦਾ ਚੱਲਣਾ, ਕੀ ਇਹ ਸਾਰੀਆਂ ਇੱਕ ਹੀ ਕਿਸਮ ਦੀਆਂ ਗਤੀਆਂ ਹਨ? So let's discuss our next topic, ਗਤੀ ਦੀਆਂ ਕਿਸਮਾਂ ਜਾਂ ਕਿ types of motion। So the first type of motion is सरल रेखी गति या कि rectilinear motion। So what do you mean by rectilinear motion या कि सरल रेखी गति किस ਨੂੰ ਆਖਦੇ ਹਾਂ? ਜਦੋਂ ਕੋਈ ਵਸਤੂ ਸਿੱਧੀ ਰੇਖਾ ਦੇ ਵਿੱਚ ਜਾਂ ਸਰਲ ਰੇਖਾ ਦੇ ਵਿੱਚ ਗਤੀ ਕਰਦੀ ਹੈ। ਸਪੋਜ਼ ਕਿ ਇਸ ਪੈਨ ਨੂੰ ਮੈਂ ਡ੍ਰੌਪ ਕਰਦਾ, ਅਗਰ ਮੈਂ ਇਸ ਪੈਨ ਨੂੰ ਡ੍ਰੌਪ ਕਰ ਦਿੰਦੀ ਹਾਂ ਤਾਂ ਇਹ ਪੈਨ ਸਿੱਧੀ ਰੇਖਾ ਦੇ ਵਿੱਚ ਨੀਚੇ ਜਾਏਗਾ। ਸੋ ਇਸ ਤਰੀਕੇ ਦੀ ਜੋ ਗਤੀ ਹੈ ਉਸ ਨੂੰ ਅਸੀਂ ਸਰਲ ਰੇਖੀ ਗਤੀ ਕਹਿੰਦੇ ਹਾਂ। ਜਿਸ ਤਰ੍ਹਾਂ ਤੁਸੀਂ ਰੋਡ ਦੇ ਉੱਪਰ ਕਾਰਸ ਚਲਦੀਆਂ ਦੇਖਦੇ ਹੋ, ਉਹ ਸਰਲ ਰੇਖੀ ਗਤੀ ਹੈ। ਨੈਕਸਟ, ਸੈਕਿੰਡ ਟਾਈਪ ਆਫ ਮੋਸ਼ਨ ਡਿਸਕਸ ਕਰਨ ਤੋਂ ਪਹਿਲਾਂ ਅਸੀਂ ਇੱਕ ਐਕਟੀਵਿਟੀ ਕਰ ਲੈਂਦੇ ਹਾਂ। ਤੁਸੀਂ ਇੱਕ ਥ੍ਰੈਡ ਲਓਗੇ ਔਰ ਇਸ ਥ੍ਰੈਡ ਦੇ ਨਾਲ ਇੱਕ ਸਟੋਨ ਛੋਟਾ ਜਿਹਾ ਜਾਂ ਕੋਈ ਆਬਜੈਕਟ ਇਸ ਤਰ੍ਹਾਂ ਤੁਸੀਂ ਟਾਈ ਕਰ ਲਓਗੇ। ਸੋ ਹੁਣ ਮੈਂ ਇਸ ਨੂੰ ਇਸ ਤਰ੍ਹਾਂ ਹੋਲਡ ਕਰਕੇ ਅਗਰ ਇਸ ਨੂੰ ਇਸ ਤਰ੍ਹਾਂ ਘੁਮਾਉਂਦੀ ਹਾਂ, ਸੋ ਤੁਸੀਂ ਦੇਖ ਰਹੇ ਹੋ ਕਿ ਇਸ ਵਕਤ ਇਹ ਆਬਜੈਕਟ ਚੱਕਰਾਕਾਰ ਪਥ ਦੇ ਵਿੱਚ ਗਤੀ ਕਰ ਰਿਹਾ। ਸੋ ਅਗਰ ਕੇਅਰਫੁਲੀ ਇਸ ਨੂੰ ਆਬਜ਼ਰਵ ਕਰੋ ਤੇ ਇੱਕ ਸਰਕਲ ਬਣ ਰਿਹਾ। ਇਸ ਸਰਕਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮੇਰੇ ਹੱਥ ਤੋਂ ਇਸ ਆਬਜੈਕਟ ਦਾ ਜੋ ਡਿਸਟੈਂਸ ਹੈ ਉਹ ਸੇਮ ਰਹਿ ਰਿਹਾ ਔਰ ਉਹ ਕਿਹਦੇ ਬਰਾਬਰ ਹੋਏਗਾ? ਅਰਧ ਵਿਆਸ। ਜੋ ਇਹ ਧਾਗੇ ਦੀ ਲੈਂਥ ਹੈ ਉਹ ਕਿਸ ਦਾ ਕੰਮ ਕਰ ਰਹੀ ਹੈ? ਰੇਡੀਅਸ ਦਾ ਕੰਮ ਕਰ ਰਹੀ ਹੈ ਚੱਕਰ ਦੇ। ਸੋ ਜਦੋਂ ਇਹ ਆਬਜੈਕਟ ਚੱਕਰਾਕਾਰ ਪਥ 'ਚ ਗਤੀ ਕਰ ਰਿਹਾ ਸੀ ਤੇ ਇਹ ਥ੍ਰੈਡ ਜੋ ਹੈ ਇਸ ਦੀ ਲੈਂਥ ਜੋ ਹੈ ਇਹ ਉਸ ਦਾ ਅਰਧ ਵਿਆਸ ਸੀ। ਸੋ ਹਰ ਪੁਆਇੰਟ ਤੇ ਕੀ ਸੀਗਾ? ਮੇਰੇ ਹੱਥ ਤੋਂ ਇਸ ਦਾ ਡਿਸਟੈਂਸ ਜੋ ਸੀ ਉਹ ਸੇਮ ਰਹਿ ਰਿਹਾ ਸੀ। ਸੋ ਇਸ ਤਰ੍ਹਾਂ ਦੀ ਜੋ ਗਤੀ ਹੈ, ਇਸ ਗਤੀ ਨੂੰ ਅਸੀਂ ਕਹਿੰਦੇ ਹਾਂ ਚੱਕਰਾਕਾਰ ਗਤੀ ਜਾਂ ਕਿ ਸਰਕੂਲਰ ਮੋਸ਼ਨ। ਤੁਸੀਂ ਫੈਨ ਦੇ ਬਲੇਡਸ ਦੇਖਦੇ ਹੋ,
ਜਦੋਂ ਫੈਨ ਗਤੀ ਕਰਦਾ ਹੈ, ਉਸਦੇ ਬਲੇਡਸ ਦੇ ਉੱਪਰ ਤੁਸੀਂ ਅਗਰ ਇੱਕ ਪੁਆਇੰਟ ਮਾਰਕ ਕਰ ਦੋ ਕਿਸੇ ਬਲੇਡ ਦੇ ਉੱਪਰ, ਇੱਕ ਡਾਰਕ ਤੁਸੀਂ ਜੋ ਹੈ ਇੱਕ ਪੁਆਇੰਟ ਜਿਹੜਾ ਹੈ ਲਗਾ ਦਿੰਦੇ ਹੋ, ਤਾਂ ਤੁਸੀਂ ਦੇਖੋਗੇ ਕਿ ਉਸ ਪੁਆਇੰਟ ਦੀ ਸੈਂਟਰ ਤੋਂ, ਕੇਂਦਰ ਤੋਂ ਜੋ ਦੂਰੀ ਹੈ ਉਹ ਘੁੰਮਦੇ ਹੋਏ ਸੇਮ ਰਹਿੰਦੀ ਹੈ। ਸੋ ਬਲੇਡਸ ਦੀ ਗਤੀ ਅਗੇਨ ਕਿਹੜੀ ਗਤੀ ਹੋ ਗਈ? ਚੱਕਰਾਕਾਰ ਗਤੀ। ਕਈ ਹਾਲਤਾਂ ਦੇ ਵਿੱਚ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਵਸਤੂ ਆਪਣੀ ਗਤੀ ਨੂੰ ਰਿਪੀਟ ਕਰਦੀ ਹੈ ਜਾਂ ਕਿ ਦੁਹਰਾਉਂਦੀ ਹੈ। ਇਸ ਤਰ੍ਹਾਂ ਦੀ ਗਤੀ ਨੂੰ ਆਵਰਤੀ ਗਤੀ ਜਾਂ ਕਿ ਪੀਰੀਓਡਿਕ ਮੋਸ਼ਨ ਕਿਹਾ ਜਾਂਦਾ ਹੈ। ਹਾਰਟਬੀਟ ਤੁਸੀਂ ਦੇਖਦੇ ਹੋ, ਦਿਲ ਦੀ ਧੜਕਨ ਇੱਕ ਪੀਰੀਓਡਿਕ ਗਤੀ ਹੈ। ਅਸੀਂ ਪਹਿਲਾਂ ਜੋ ਐਕਟੀਵਿਟੀ ਕੀਤੀ ਇਹੀ ਅਸੀਂ ਸਮਾਨ ਫਿਰ ਤੋਂ ਲੈ ਲੈਨੇ ਆ। ਸੋ ਥ੍ਰੈਡ ਦੇ ਨਾਲ ਤੁਸੀਂ ਇੱਕ ਲੰਬੇ ਥ੍ਰੈਡ ਦੇ ਨਾਲ ਤੁਸੀਂ ਇੱਕ ਆਬਜੈਕਟ ਟਾਈ ਕਰਕੇ ਇਸ ਨੂੰ ਇਸ ਤਰ੍ਹਾਂ ਨਾਲ ਕਿਸੇ ਚੀਜ਼ ਨਾਲ ਹੈਂਗ ਕਰ ਦੋਗੇ। ਫਿਰ ਤੁਸੀਂ ਇਹਨੂੰ ਇੱਕ ਤਰਫ ਕਰਕੇ ਇਸ ਤਰ੍ਹਾਂ ਛੋੜ ਦੋਗੇ तो ये ऑब्जेक्ट ऑसिलेट करना शुरू कर देगा या डोलन गति करनी शुरू कर देगा। ਜਦੋਂ ਇਹ ऑब्जेक्ट ऑसिलेट करेगा तो ये जो पेंडुलम ਦੀ गति ਹੁੰਦੀ है, पेंडुलम ਦੀ गति भी एक आवर्ती गति है, एक पीरियोडिक मोशन है। ਤੁਸੀਂ ਬੱਚਿਆਂ ਨੂੰ ਝੂਲਾ ਝੂਲਦੇ ਦੇਖਦੇ ਹੋ तो ਝੂਲੇ ਦੀ गति पीरियोडिक मोशन है। सो फोर्थ टाइप ऑफ मोशन है रोटेशनल मोशन या कि घूमन गति। ਤੁਸੀਂ ਲੱਟੂ ਨੂੰ ਦੇਖਦੇ ਹੋ, ਇੱਕ ਲੱਟੂ ਜਿਹੜਾ ਹੈ ਘੁੰਮ ਰਿਹਾ, ਨਾਲ ਦੇ ਨਾਲ ਕੀ ਹੈ ਉਹ ਅੱਗੇ ਅੱਗੇ ਚੱਲ ਰਿਹਾ। ਸੋ ਇਸੇ ਤਰੀਕੇ ਤੁਸੀਂ ਅਰਥ ਜੋ ਧਰਤੀ ਦੀ ਗਤੀ ਤੁਸੀਂ ਦੇਖਦੇ ਹੋ, ਧਰਤੀ ਨਾਲ ਦੇ ਨਾਲ ਆਪਣੀ ਐਕਸਿਸ ਤੇ ਘੁੰਮਦੀ ਹੈ ਔਰ ਨਾਲ ਹੀ ਅੱਗੇ ਗਤੀ ਕਰਦੀ ਹੈ। ਸੋ ਧਰਤੀ ਦੀ ਇਸ ਗਤੀ ਨੂੰ ਜੋ ਆਪਣੀ ਐਕਸਿਸ ਤੇ ਕਰਦੀ ਹੈ ਉਸਨੂੰ ਘੁੰਮਨ ਗਤੀ ਜਾਂ ਕਿ ਰੋਟੇਸ਼ਨਲ ਮੋਸ਼ਨ ਕਿਹਾ ਜਾਂਦਾ। ਸੋ ਡੀਅਰ ਸਟੂਡੈਂਟਸ, ਅਸੀਂ ਆਲਰੇਡੀ ਇਸ ਚੈਪਟਰ ਦੇ ਸਾਰੇ ਮੇਨ ਪੁਆਇੰਟਸ ਡਿਸਕਸ ਕਰ ਚੁੱਕੇ ਹਾਂ। ਸੋ ਹੁਣ ਅਸੀਂ ਇਹਨਾਂ ਪੁਆਇੰਟਸ ਨੂੰ ਰੀਕੈਪਚੁਲੇਟ ਕਰ ਲੈਂਦੇ ਹਾਂ। ਸੋ ਫਸਟ ਆਫ ਆਲ ਅਸੀਂ ਡਿਸਕਸ ਕੀਤਾ ਸੀ ਕਿ ਗਤੀ ਤੋਂ ਕੀ ਭਾਵ ਹੈ, ਵਾਟ ਇਜ਼ ਮੋਸ਼ਨ। ਜਦੋਂ ਕੋਈ ਵਸਤੂ ਸਮੇਂ ਦੇ ਨਾਲ ਆਪਣੀ ਸਥਿਤੀ ਨੂੰ ਬਦਲਦੀ ਹੈ ਤੇ ਅਸੀਂ ਕਹਿੰਦੇ ਹਾਂ ਕਿ ਵਸਤੂ ਗਤੀ ਕਰ ਰਹੀ ਹੈ ਜਾਂ that object is in motion. Then we discussed ਕਿ ਮਾਪ ਜਾਂ ਕਿ measurement ਕਿਉਂ ਜ਼ਰੂਰੀ ਹੈ। ਤੁਸੀਂ ਡੇ ਟੂ ਡੇ ਲਾਈਫ ਦੇ ਵਿੱਚ ਦੇਖਦੇ ਹੋ ਕਿ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੈ ਜਦੋਂ ਤੁਹਾਨੂੰ ਮੈਜਰਮੈਂਟ ਦੀ ਜ਼ਰੂਰਤ ਪੈਂਦੀ ਹੈ। ਤੁਸੀਂ ਟੇਲਰ ਕੋਲ ਜਾਂਦੇ ਹੋ, ਤੁਹਾਡੇ ਸੂਟ ਸਟਿਚ ਕਰਨ ਲਈ ਕਿੰਨਾ ਕੱਪੜਾ ਚਾਹੀਦਾ ਹੈ ਉਹ ਟੇਲਰ ਮੈਜਰ ਕਰਕੇ ਮਾਪ ਕੇ ਦੱਸਦਾ ਹੈ। ਦੈਨ ਤੁਹਾਡਾ ਕੱਪੜਾ ਤਿਆਰ ਕਰਨ ਲਈ ਵੀ ਉਸਨੂੰ ਮੈਜਰਮੈਂਟ ਕਰਨੀ ਪੈਂਦੀ ਹੈ। ਦੈਨ एक कारपेंटर है, उसने कोई अलमीरा या कि कोई डोर बनाना है, उसके लिए भी उसनों मेजरमेंट करनी पैंदी है कि कितनी लक्कड़ लगेगी और कितने साइज दी वो चीज़ उसने तैयार करनी है। इसी तरीके दे नाल एक रूम बनेगा, उस रूम दियां डायमेंशनस कितनी उस रूम दी लेंथ है, कितनी उस रूम दी ब्रेथ है, ये चीज़ां देख के उस लिए कितना मटीरियल जो है वो लगेगा। एक किसान देखता है कि मेरा खेत कितना ਵੱਡਾ है तो ਉਹਨੂੰ ਕਿੰਨੇ ਉਸ ਲਈ ਸੀਡਸ ਜਾਂ ਕਿ ਬੀਜਾਂ ਦੀ ਜ਼ਰੂਰਤ ਪਏਗੀ। ਸੋ ਇਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਹੋ ਕਿ ਡੇ ਟੂ ਡੇ ਲਾਈਫ ਦੇ ਵਿੱਚ ਮੈਜਰਮੈਂਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਆਫਟਰ ਦੈਟ ਅਸੀਂ ਦੇਖਿਆ ਕਿ ਗਤੀ ਦੀ ਜੋ ਅਸੀਂ ਗਤੀ ਦੇ ਵਾਸਤੇ ਇੱਕ ਤੋਂ ਦੂਸਰੀ ਜਗ੍ਹਾ ਲਈ ਜੋ ਆਵਾਜਾਈ ਦੇ ਸਾਧਨ ਅਸੀਂ ਡਿਸਕਸ ਕੀਤੇ ਸੀ। ਸੋ ਆਵਾਜਾਈ ਦੇ ਸਾਧਨਾਂ ਦੇ ਵਿੱਚ ਫਸਟ ਆਫ ਆਲ ਜੋ ਲੈਂਡ ਤੇ ਚੀਜ਼ਾਂ ਚੱਲਦੀਆਂ ਨੇ, फॉर एग्जाम्पल कार्स, बसेस, ट्रेन्स। तो दैन वी डिस्कस कि पानी दे विच चलन वाली चीज़ां स्टीमर्स, शिप हो गए। दैन वी डिस्कस कि हवा दे विच जिस तरह जहाज। तो होर एक तुहानूं याद होएगा असी पुलाड़ दे विच चलन वाले पुलाड़ वाहनां बारे भी डिस्कस कीता सी, स्पेस क्राफ्ट्स बारे भी डिस्कस किया। दैन वी ऑल्सो डिस्कस्ड कि मार्स के उपर या दूसरे ग्रहों के उपर कुछ व्हीकल्स चलते हैं, जिस तरह मार्स के उपर क्यूरियोसिटी रोवर के बारे असी डिस्कस किया सी अपनी फर्स्ट पार्ट जो वीडियो सी उस दे विच कि
ਉਹਨਾਂ ਦੇ ਉੱਪਰ ਵੀ ਅਸੀਂ ਵਾਹਨ ਭੇਜੇ ਜੋ ਕਿ ਉੱਥੇ ਐਕਸਪਲੋਰੇਸ਼ਨ ਵਾਸਤੇ ਉੱਥੇ ਦਾ ਜੋ ਐਕਸਪਲੋਰ ਕਰਦੇ ਸੀ ਕਿ ਕਿਹੜੀਆਂ ਚੀਜ਼ਾਂ ਉੱਥੇ ਮਾਰਸ ਦੇ ਉੱਪਰ ਅਵੇਲੇਬਲ ਹਨ, ਉਸ ਗ੍ਰਹਿ ਦੇ ਉੱਪਰ ਕੀ ਕੀ ਚੀਜ਼ਾਂ ਹਨ। ਸੋ this way we discussed about different means of transport. So ਅੱਜ ਦੀ ਡੇਟ ਦੇ ਵਿੱਚ ਅਸੀਂ ਮੀਟਰ ਨੂੰ ਸਟੈਂਡਰਡ ਯੂਨਿਟ ਦੇ ਤੌਰ ਤੇ ਐਸਆਈ ਯੂਨਿਟ ਜੋ ਹੈ ਉਸ ਨੂੰ ਯੂਜ਼ ਕਰਦੇ ਹਾਂ। ਸੋ ਲੰਬਾਈ ਦਾ ਐਸਆਈ ਯੂਨਿਟ ਮੀਟਰ ਹੈ। ਸੋ ਇਹਨਾਂ ਸਟੈਂਡਰਡ ਯੂਨਿਟਸ ਤੋਂ ਪਹਿਲਾਂ ਐਜ਼ ਵੀ ਡਿਸਕਸਡ ਕਿ ਕੀ ਪੁਰਾਣੇ ਸਮੇਂ ਦੇ ਵਿੱਚ ਲੋਕ ਮੈਜ਼ਰਮੈਂਟ ਲਈ ਇਸ ਤਰ੍ਹਾਂ ਦੀਆਂ ਹੀ ਚੀਜ਼ਾਂ ਦੀ ਵਰਤੋਂ ਕਰਦੇ ਸਨ। ਤਾਂ ਨਹੀਂ, ਜਦੋਂ ਤੱਕ ਸਟੈਂਡਰਡ ਯੂਨਿਟਸ ਨਹੀਂ ਸੀ ਉਸ ਟਾਈਮ ਤੇ ਮੈਜ਼ਰਮੈਂਟ ਦੇ ਲਈ ਬੋਡੀ ਪਾਰਟਸ ਦੀ ਵਰਤੋਂ ਕੀਤੀ ਜਾਂਦੀ ਸੀ, ਜਿਸ ਤਰ੍ਹਾਂ ਹੈਂਡ ਸਪੈਨ ਜਾਂ ਕਿ ਪੈਰ ਦੀ ਲੰਬਾਈ ਜਾਂ ਕਿ ਗਜ ਐਟਸੈਟਰਾ। ਸੋ ਆਫਟਰ ਦੈਟ ਅਸੀਂ ਟਾਈਪਸ ਆਫ ਮੋਸ਼ਨ ਡਿਸਕਸ ਕੀਤੀਆਂ, ਗਤੀ ਦੀਆਂ ਕਿਸਮਾਂ ਡਿਸਕਸ ਕੀਤੀਆਂ। 4 ਮੇਨ ਟਾਈਪਸ ਆਫ ਮੋਸ਼ਨ ਆਰ ਦੇਅਰ। ਫਰਸਟ ਰੈਕਟੀਲੀਨੀਅਰ ਮੋਸ਼ਨ ਜਾਂ ਕਿ ਸਰਲ ਰੇਖੀ ਗਤੀ। ਜਦੋਂ ਕੋਈ ਵਸਤੂ ਇੱਕ ਸਿੱਧੀ ਰੇਖਾ ਦੇ ਵਿੱਚ ਗਤੀ ਕਰਦੀ ਹੈ ਤਾਂ ਉਸ ਗਤੀ ਨੂੰ ਅਸੀਂ ਸਰਲ ਰੇਖੀ ਜਾਂ ਕਿ ਰੈਕਟੀਲੀਨੀਅਰ ਮੋਸ਼ਨ ਕਹਿੰਦੇ ਹਾਂ। ਸਿੱਧੀ ਸੜਕ ਤੇ ਚੱਲ ਰਹੀ ਇੱਕ ਕਾਰ ਸਰਲ ਰੇਖੀ ਗਤੀ ਦੀ ਉਦਾਹਰਨ ਹੈ। ਇਸੇ ਤਰੀਕੇ ਮਾਰਚ ਪਾਸਟ ਕਰ ਰਹੇ ਸੋਲਜਰਸ ਦੀ ਗਤੀ ਵੀ ਸਰਲ ਰੇਖੀ ਗਤੀ ਹੈ। ਚਿੱਤਰ ਵਿੱਚ ਤੁਸੀਂ ਪੱਥਰ ਦੀ ਚੱਕਰੀ ਪਥ ਦੇ ਮੁਤਾਬਿਕ ਗਤੀ ਦੇਖ ਰਹੇ ਹੋ। ਇਸ ਗਤੀ ਨਾਲ ਪੱਥਰ ਦੀ ਹੱਥ ਤੋਂ ਦੂਰੀ ਸਮਾਨ ਰਹਿੰਦੀ ਹੈ। ਚੱਕਰਾਕਾਰ ਗਤੀ ਕਰਦਿਆਂ ਕੁਝ ਹੋਰ ਵਸਤੂਆਂ ਸਕਰੀਨ ਤੇ ਤੁਹਾਨੂੰ ਦਿਖਾਈ ਦੇ ਰਹੀਆਂ ਹਨ। ਕੁਝ ਹਾਲਤਾਂ ਦੇ ਵਿੱਚ ਵਸਤੂ ਇੱਕ ਨਿਸ਼ਚਿਤ ਸਮੇਂ ਦੇ ਬਾਅਦ ਆਪਣੀ ਗਤੀ ਨੂੰ ਦੁਹਰਾਉਂਦੀ ਹੈ। ਅਜਿਹੀ ਗਤੀ ਨੂੰ ਆਵਰਤੀ ਗਤੀ ਕਿਹਾ ਜਾਂਦਾ ਹੈ, ਜਿਸ ਤਰ੍ਹਾਂ ਪੈਂਡੂਲਮ ਦੀ ਗਤੀ, ਝੂਲੇ ਦੀ ਗਤੀ, ਸਿਤਾਰ ਦੀਆਂ ਤਾਰਾਂ ਦੀ ਗਤੀ, ਦਿਲ ਦੀ ਧੜਕਨ ਜਾਂ ਕਿ ਹਾਰਟਬੀਟ ਵੀ ਆਵਰਤੀ ਗਤੀ ਦੀ ਇੱਕ ਉਦਾਹਰਨ ਹੈ। ਸੋ ਥਰਡ ਟਾਈਪ ਆਫ ਮੋਸ਼ਨ ਜੋ ਅਸੀਂ ਡਿਸਕਸ ਕੀਤਾ, ਆਵਰਤੀ ਗਤੀ ਜਾਂ ਕਿ ਪੀਰੀਓਡਿਕ ਮੋਸ਼ਨ। ਸੋ ਕਈ ਵਾਰ ਕੋਈ ਵਸਤੂ ਇਸ ਤਰ੍ਹਾਂ ਗਤੀ ਕਰਦੀ ਹੈ ਕਿ ਉਸ ਦੀ ਗਤੀ ਵੱਖ-ਵੱਖ ਪ੍ਰਕਾਰ ਦੀ ਗਤੀਆਂ ਦਾ ਸੰਯੋਜਨ ਹੁੰਦੀ ਹੈ। ਸੋ ਸਟੂਡੈਂਟਸ, ਜਦੋਂ ਧਰਤੀ ਆਪਣੀ ਐਕਸਿਸ ਜਾਂ ਕਿ ਧੁਰੀ ਤੇ ਘੁੰਮਦੀ ਹੈ ਤਾਂ ਇਸ ਗਤੀ ਦੀ ਕਿਸਮ ਨੂੰ ਅਸੀਂ ਘੁੰਮਣ ਗਤੀ ਜਾਂ ਕਿ ਰੋਟੇਸ਼ਨਲ ਮੋਸ਼ਨ ਕਹਿੰਦੇ ਹਾਂ, ਜੋ ਕਿ ਅਸੀਂ 4th ਟਾਈਪ ਆਫ ਮੋਸ਼ਨ ਡਿਸਕਸ ਕੀਤੀ ਸੀ। ਲੇਕਿਨ ਧਰਤੀ ਹਰ 24 ਘੰਟੇ ਦੇ ਵਿੱਚ ਇੱਕ ਚੱਕਰ ਪੂਰਾ ਕਰ ਲੈਂਦੀ ਹੈ। ਸੋ ਅਰਥ rotates one in about 24 hours. ਸੋ 24 ਘੰਟਿਆਂ ਦੇ ਬਾਅਦ ਦੁਬਾਰਾ ਤੋਂ ਦੂਸਰਾ ਚੱਕਰ ਸ਼ੁਰੂ ਹੋ ਜਾਂਦਾ ਹੈ। ਸੋ ਇਸ ਕਿਸਮ ਦੀ ਗਤੀ ਜੋ ਕਿ ਇੱਕ ਖਾਸ ਸਮੇਂ ਦੇ ਬਾਅਦ ਦੁਹਰਾਈ ਜਾਂਦੀ ਹੈ, ਉਸ ਗਤੀ ਨੂੰ ਅਸੀਂ ਆਵਰਤੀ ਗਤੀ ਜਾਂ ਕਿ ਪੀਰੀਓਡਿਕ ਮੋਸ਼ਨ ਵੀ ਆਖਦੇ ਹਾਂ। ਸੋ ਧਰਤੀ ਦੀ ਗਤੀ ਰੋਟੇਸ਼ਨਲ ਜਾਂ ਘੁੰਮਣ ਗਤੀ ਦੇ ਨਾਲ ਨਾਲ ਪੀਰੀਓਡਿਕ ਜਾਂ ਆਵਰਤੀ ਗਤੀ ਵੀ ਹੈ। ਸੋ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਇੱਕ ਸਮੇਂ ਹੀ ਇਸ ਤਰ੍ਹਾਂ ਦੀਆਂ ਗਤੀਆਂ ਦਰਸਾਉਂਦੀਆਂ ਹਨ, ਜੋ ਕਿ 2 ਜਾਂ 2 ਤੋਂ ਵੱਧ ਗਤੀਆਂ ਦਾ ਸੰਯੋਜਨ ਹਨ। ਸੋ ਆਈ ਹੋਪ ਕਿ ਤੁਸੀਂ ਆਪਣੇ ਆਲੇ ਦੁਆਲੇ ਦੇ ਵਿੱਚੋਂ ਇਸ ਤਰ੍ਹਾਂ ਦੇ ਐਗਜ਼ਾਮਪਲਸ ਲੱਭ ਸਕਦੇ ਹੋ। ਆਈ ਹੋਪ ਕਿ ਤੁਸੀਂ ਨਾਲ ਦੇ ਨਾਲ ਹੀ ਨੋਟਸ ਆਪਣੇ ਪ੍ਰਿਪੇਅਰ ਕੀਤੇ ਹੋਣਗੇ। ਸੋ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਲੈਕਚਰ ਪਸੰਦ ਆਇਆ ਹੋਵੇਗਾ। ਥੈਂਕ ਯੂ ਸੋ ਮਚ।